ਵੈਲਕਮ ਅਗੇਨ ਸਟੂਡੈਂਟਸ। ਸਾਡੀ ਅੱਜ ਦੀ ਵੀਡੀਓ ਆ ਸਵਾਮੀ ਵਿਵੇਕਾਨੰਦ ਦੇ ਸਿੱਖਿਆ ਦਰਸ਼ਨ ਦੀ। ਸਵਾਮੀ ਵਿਵੇਕਾਨੰਦ ਜੀ ਪ੍ਰਚਲਿਤ ਪਰੰਪਰਾਗਤ ਸਿੱਖਿਆ ਦੇ ਆਲੋਚਕ ਸੀ। ਉਹਨਾਂ ਨੇ ਕੇਵਲ ਕਿਤਾਬੀ ਗਿਆਨ ਪ੍ਰੀਖਿਆਵਾਂ ਤੋਂ ਰੱਟਾ ਲਗਾਉਣ ਦੀ ਪ੍ਰਕਿਰਿਆ ਨੂੰ ਸਿੱਖਿਆ ਮੰਨਣ ਦੀ ਨਿਖੇਧੀ ਕੀਤੀ। ਉਹਨਾਂ ਨੇ ਸਿੱਖਿਆ ਦੇ ਸੰਬੰਧ ਵਿੱਚ ਆਪਣੇ ਅਨੇਕ ਵਿਚਾਰ ਦਿੱਤੇ। ਸਿੱਖਿਆ ਦੇ ਉਦੇਸ਼ ਪਹਿਲੇ ਨੰਬਰ ਤੇ ਕਰਾਂਗੇ ਅਸੀਂ। ਉਹਨਾਂ ਦੇ ਅਨੁਸਾਰ ਜਿਹੜਾ ਸਿੱਖਿਆ ਦੇ ਪ੍ਰਮੁੱਖ ਉਦੇਸ਼ ਸੀਗੇ ਬੱਚੇ ਦਾ ਸਰਵਪੱਖੀ ਵਿਕਾਸ ਕਰਨਾ। ਉਹ ਸਿੱਖਿਆ ਦੁਆਰਾ ਸਰੀਰ ਤੇ ਮਨ ਨੂੰ ਮਜ਼ਬੂਤ ਕਰਨ ਦੇ ਪੱਖ ਵਿੱਚ ਸੀਗੇ। ਚਰਿੱਤਰ ਦਾ ਨਿਰਮਾਣ ਕਰਨਾ ਸਿੱਖਿਆ ਦਾ ਹੀ ਕੰਮ ਆ। ਉਹਨਾਂ ਅਨੁਸਾਰ ਚਰਿੱਤਰ ਤੋਂ ਭਾਵ ਹਰ ਅਵਸਥਾ ਜਾਂ ਹਾਲਤ ਵਿੱਚ ਸਥਿਰ ਰਹਿਣਾ। ਉਹਨਾਂ ਅਨੁਸਾਰ ਸਿੱਖਿਆ ਬੱਚੇ ਨੂੰ ਆਤਮ ਨਿਰਭਰ ਬਣਾਉਂਦੀ ਹੈ, ਜਿਸ ਨਾਲ ਉਹ ਉਤਪਾਦਨ ਦੇ ਸਾਧਨਾਂ ਵਿੱਚ ਵਾਧਾ ਕਰਦਾ ਹੈ। ਸਿੱਖਿਆ ਦੁਆਰਾ ਬੱਚੇ ਦਾ ਅੰਦਰੂਨੀ ਤੇ ਬਾਹਰੀ ਵਿਕਾਸ ਕੀਤਾ ਜਾਂਦਾ। ਜਿਵੇਂ ਪੌਦਾ ਆਪਣੀਆਂ ਲੋੜਾਂ ਦੀ ਪੂਰਤੀ ਲਈ ਅੰਦਰੂਨੀ ਤੇ ਬਾਹਰੀ ਕਾਰਕਾਂ ਤੋਂ ਪ੍ਰਾਪਤ ਕਰਦਾ ਹੈ, ਇਸੇ ਤਰ੍ਹਾਂ ਬੱਚਾ ਵੀ ਪੌਦੇ ਦੇ ਸਮਾਨ ਹੀ ਹੁੰਦਾ ਹੈ। ਵਿਅਕਤੀ ਵਿੱਚ ਕੁਦਰਤੀ ਪ੍ਰਵਿਰਤੀ ਦੇ ਅਨੁਸਾਰ ਅਥਾਹ ਯੋਗਤਾਵਾਂ ਹੁੰਦੀਆਂ ਨੇ। ਇਹਨਾਂ ਯੋਗਤਾਵਾਂ ਨੂੰ ਲੱਭਣਾ ਤੇ ਵਿਕਾਸ ਕਰਨਾ ਸਿੱਖਿਆ ਦੁਆਰਾ ਹੀ ਸੰਭਵ ਹੋ ਸਕਦਾ ਹੈ। ਉਹਨਾਂ ਅਨੁਸਾਰ ਮਨ ਦਾ ਵਿਕਾਸ ਕਈ ਅਵਸਥਾਵਾਂ ਤੋਂ ਲੰਘ ਕੇ ਹੁੰਦਾ ਹੈ। ਉਹ ਮੂਰਤ ਗੁਣਾਂ ਨਾਲ ਅੰਤਰ ਕਿਰਿਆ ਕਰਦਾ ਹੈ, ਫਿਰ ਅਮੂਰਤ ਸੰਸਾਰ ਦੀ ਰਾਹ ਵੱਲ ਚੱਲਦਾ ਹੈ। ਤਾਂ ਇਹ ਸਾਰੀ ਜਿਹੜੀ ਐਕਟੀਵਿਟੀ ਹੈ, ਸਾਰੀ ਕਿਰਿਆ ਹੈ ਜਿਹੜੀ ਉਹ ਸਿੱਖਿਆ ਰਾਹੀਂ ਹੀ ਸੰਭਵ ਹੋ ਸਕਦੀ ਹੈ। ਇਸਤਰੀ ਸਿੱਖਿਆ 'ਤੇ ਜ਼ੋਰ ਦਿੰਦਿਆਂ ਉਹਨਾਂ ਨੇ ਕੀ ਕਿਹਾ ਕਿ ਮੈਤਰੀ ਸਾਰਗੀ ਵਰਗੀਆਂ ਇਸਤਰੀਆਂ ਦੀ ਉਦਾਹਰਨ ਦੇ ਕੇ ਉਹਨਾਂ ਨੇ ਕਿਹਾ ਕਿ ਗਿਆਨ ਪ੍ਰਾਪਤ ਕਰਨ ਨਾਲ ਇਹ ਇਸਤਰੀਆਂ ਬ੍ਰਹਮ ਵਿਚਾਰ ਅਨੁਸਾਰ ਰਿਸ਼ੀਆਂ ਦੇ ਬਰਾਬਰ ਹੋ ਗਈਆਂ। ਉਹਨਾਂ ਅਨੁਸਾਰ ਜਿਨ੍ਹਾਂ ਦੋਸ਼ਾਂ ਜਾਂ ਰਿਆਸਤਾਂ ਵਿੱਚ ਔਰਤਾਂ ਸਨਮਾਨ ਨਹੀਂ ਹੁੰਦਾ, ਉੱਥੇ ਦੀ ਖੁਸ਼ਹਾਲੀ ਦੇ ਸਾਰੇ ਯਤਨ ਅਸਫਲ ਹੋ ਜਾਂਦੇ ਨੇ। ਇਸ ਤਰ੍ਹਾਂ ਉਹਨਾਂ ਨੇ ਇਸਤਰੀ ਸਿੱਖਿਆ ਵੱਲ ਜ਼ੋਰ ਦਿੱਤਾ। ਗੁਰੂ ਚੇਲੇ ਦਾ ਸੰਪਰਕ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਸ ਨਾਲ ਰਾਸ਼ਟਰ ਦਾ ਤੇ ਹਿੱਤਾਂ ਦਾ ਕਲਿਆਣ ਹੋ ਸਕੇ। ਸੱਚਾ ਗੁਰੂ ਉਹ ਹੁੰਦਾ ਜੋ ਚੇਲੇ ਦੀ ਨਿਆਈ ਖੁਦ ਨੂੰ ਪੱਧਰ ਤੇ ਲਿਆ ਕੇ ਸਿੱਖਿਆ ਦਿੰਦਾ ਹੈ। ਇਸ ਲਈ ਸਿੱਖਿਆ ਦਾ ਅਰਥ ਦਰਸੇ ਹੋਏ ਉਹ ਕਹਿੰਦੇ ਨੇ ਕਿ ਗੁਰੂ ਘਰ ਦਾ ਨਿਵਾਸ। ਇਸ ਤਰ੍ਹਾਂ ਸਵਾਮੀ ਵਿਵੇਕਾਨੰਦ ਜੀ ਨੇ ਸਿੱਖਿਆ ਦੇ ਖੇਤਰ ਵਿੱਚ ਅਥਾਹ ਯੋਗਦਾਨ ਪਾਇਆ। ਅਜਿਹੇ ਸਿਧਾਂਤਾਂ ਨੂੰ ਪੇਸ਼ ਕੀਤਾ ਜਿਸ ਨਾਲ ਬੱਚਾ ਆਪਣੇ ਚਰਿੱਤਰ ਨਿਰਮਾਣ ਅੰਦਰਲੇ ਮਨ ਦੁਆਰਾ ਸਿੱਖਣ ਪ੍ਰਕਿਰਿਆ ਕਿੱਤਾ ਮੁਖੀ ਸਿੱਖਿਆ ਰਾਸ਼ਟਰੀ ਹਿੱਤਾਂ ਦਾ ਨਿਰਮਾਣ ਕਰਨ ਵਾਲੀ ਸਿੱਖਿਆ ਪ੍ਰਾਪਤ ਕਰ ਸਕਦਾ ਹੈ। ਉਹਨਾਂ ਨੇ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਰਕੇ ਦੇਸ਼ ਭਰ ਵਿੱਚ ਕਈ ਸਿੱਖਿਆ ਸੰਸਥਾਵਾਂ ਖੋਲ੍ਹੀਆਂ। ਸ਼੍ਰੀ ਅਰਵਿੰਦ ਸਿੱਖਿਆ ਦਾਰਸ਼ਨਿਕ ਨੂੰ ਅਰਵਿੰਦ ਨੇ ਸਿੱਖਿਆ ਸੰਬੰਧੀ 5 ਬਿੰਦੂਆਂ ਦੁਆਰਾ ਸਪਸ਼ਟ ਕੀਤਾ। ਨੰਬਰ 1 ਤੇ ਬਾਲ ਸਿੱਖਿਆ ਕੁਦਰਤੀ ਵਾਤਾਵਰਨ ਵਿੱਚ ਮਿਲੇ। ਨੰਬਰ 2 ਬਾਲ ਸਿੱਖਿਆ ਬੱਚੇ ਦੀ ਅੰਦਰੂਨੀ ਹੋਣੀ ਚਾਹੀਦੀ ਆ। ਗਿਆਨ ਇੰਦਰੀਆਂ ਦੀ ਵਰਤੋਂ ਦੁਆਰਾ ਸਿੱਖਿਆ ਦਿੱਤੀ ਜਾਣੀ ਚਾਹੀਦੀ ਆ। ਅਧਿਆਪਕ ਬੱਚੇ ਦੇ ਕੁਸ਼ਲ ਅਗਵਾਈ ਵਾਲਾ ਹੋਣਾ ਚਾਹੀਦਾ ਹੈ। ਬੱਚੇ ਦੀਆਂ ਅੰਦਰੂਨੀ ਬਿਰਤੀਆਂ ਪ੍ਰਤਿਭਾਸ਼ਾਲੀ ਅਧਿਆਪਕ ਹੀ ਪੈਦਾ ਕਰ ਸਕਦਾ। ਇਸ ਤਰ੍ਹਾਂ ਨਾਲ ਉਹਨਾਂ ਨੇ 5 ਬਿੰਦੂ ਦਿੱਤੇ ਨੇ। ਅੱਗੇ ਉਹਨਾਂ ਨੇ ਕਿਹਾ ਹੈ ਸੱਚੀ ਸੰਪੂਰਨ ਤੇ ਜਿਉਂਦੀ ਜਾਗਦੀ ਸਿੱਖਿਆ ਉਹ ਹੁੰਦੀ ਹੈ ਜੋ ਵਿਅਕਤੀ ਦੀਆਂ ਅੰਦਰੂਨੀ ਪ੍ਰਤਿਭਾਵਾਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਕ ਹੋਵੇ। ਸਰਵ ਗੁਣ ਸੰਪੰਨ ਸਿੱਖਿਆ ਦੇ ਇਹਨਾਂ ਉਪਰਯੁਕਤ 5 ਅੰਕਿਤ ਬਿੰਦੂਆਂ ਦੀਆਂ ਕਿਰਿਆਵਾਂ ਦਾ ਵਿਕਾਸ ਹੋਣਾ ਜ਼ਰੂਰੀ ਹੈ। ਇਹ ਸਾਰੀਆਂ ਕਿਰਿਆਵਾਂ ਇੱਕ ਦੂਜੇ ਦੇ ਨਾਲ ਚੱਲਦੀਆਂ ਨੇ। ਸੂਚਨਾ ਤੇ ਤੱਥਾਂ ਨੂੰ ਇਕੱਠਾ ਕਰ ਲੈਣਾ ਹੀ ਸਿੱਖਿਆ ਨਹੀਂ। ਸਿੱਖਿਆ ਦਾ ਮੁੱਖ ਉਦੇਸ਼ ਮਨ ਅਤੇ ਆਤਮਾ ਦੀਆਂ ਸ਼ਕਤੀਆਂ ਦਾ ਨਿਰਮਾਣ ਕਰਨਾ ਹੈ। ਗਿਆਨ ਚਰਿੱਤਰ ਤੇ ਸੰਸਕ੍ਰਿਤੀ ਨੂੰ ਜਾਣਨਾ ਹੀ ਨਿਰਮਾਣ ਹੈ। ਇਹੀ ਸਿੱਖਿਆ ਹੁੰਦੀ ਹੈ। ਹੁਣ ਸ਼੍ਰੀ ਅਰਵਿੰਦ ਨੇ ਸਿੱਖਿਆ ਦੇ ਖੇਤਰ ਵਿੱਚ ਕੀ ਦੇਣ ਦਿੱਤੀ ਆ, ਇਹਨੂੰ ਅਸੀਂ ਵੈਸੇ ਤਾਂ ਸਿੱਖਿਆ ਦੀ ਦੇਣ ਹੀ ਕਰ ਰਹੇ ਹਾਂ, ਉਹਨਾਂ ਦੇ ਵਿਚਾਰ ਹੀ ਕਰ ਰਹੇ ਹਾਂ, ਪਰ ਇੱਕ ਪੁਆਇੰਟਸ ਦੇ ਵਿੱਚ ਅਸੀਂ ਇਸ ਨੂੰ ਟਰਾਈ ਕਰਕੇ ਕਰਾਂਗੇ। ਅਧਿਆਪਕ ਦੀ ਭੂਮਿਕਾ ਬਾਰੇ ਵਿਚਾਰ ਦਿੱਤੇ ਨੇ ਉਹਨਾਂ ਨੇ। ਅਧਿਆਪਕ ਆ ਜਿਹੜਾ ਬੱਚੇ ਦੀ ਅਗਵਾਈ ਕਰਨ ਵਾਲਾ ਉੱਤਮ ਸ਼ਖਸੀਅਤ ਹੁੰਦਾ ਹੈ।
ਬੱਚਾ ਅਧਿਆਪਕ ਦਾ ਸਤਿਕਾਰ ਤਾਂ ਹੀ ਕਰੇਗਾ ਜੇ ਅਧਿਆਪਕ ਆਪਣੇ ਫਰਜ਼ਾਂ ਨੂੰ ਠੀਕ ਢੰਗ ਤੇ ਠੀਕ ਦਿਸ਼ਾ ਵੱਲ ਨਿਰਦੇਸ਼ਿਤ ਕਰੇਗਾ। ਨੈਤਿਕਤਾ ਤੋਂ ਬਿਨਾਂ ਆਦਰਸ਼ ਚਰਿੱਤਰ ਨਿਰਮਾਣ ਅਸੰਭਵ ਹੈ। ਇਸ ਲਈ ਅਧਿਆਪਕ ਦਾ ਸਵੈ ਚਰਿੱਤਰ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ, ਜਿਸ ਨਾਲ ਸਿੱਖਿਆ ਦਾ ਸਰਵਪੱਖੀ ਵਿਕਾਸ ਸੰਭਵ ਹੋਵੇ। ਅਧਿਆਪਕ ਬੱਚੇ ਦਾ ਕਿਸੇ ਵੀ ਤਰ੍ਹਾਂ ਦਾ ਮਾਲਿਕ ਨਹੀਂ ਹੁੰਦਾ। ਸ਼੍ਰੀ ਅਰਵਿੰਦ ਦਾ ਨੈਤਿਕ ਧਾਰਮਿਕ ਸਿੱਖਿਆ ਬਾਰੇ ਸਿਧਾਂਤ। ਉਹਨਾਂ ਨੇ ਧਾਰਮਿਕ ਜਾਂ ਨੈਤਿਕ ਸਿੱਖਿਆ ਦੁਆਰਾ ਸਿੱਖਿਆ ਉੱਤਮ ਹੁੰਦੀ ਹੈ ਦਾ ਸਿਧਾਂਤ ਦਿੱਤਾ। ਉਹ ਧਾਰਮਿਕ ਸਿੱਖਿਆ ਦੁਆਰਾ ਬੱਚੇ ਦੇ ਸਰਬੱਤ ਦੇ ਭਲੇ ਦੀ ਪ੍ਰਵਿਰਤੀ ਦੇ ਗੁਣ ਪੈਦਾ ਕਰਨ ਦੀ ਲੋੜ ਮਹਿਸੂਸ ਕਰਦੇ ਸੀ। ਉਹਨਾਂ ਅਨੁਸਾਰ ਸਿੱਖਿਆ ਨੈਤਿਕ ਸਿੱਖਿਆ ਵਿੱਚ ਚਰਿੱਤਰ ਨਿਰਮਾਣ ਕੀਤਾ ਜਾ ਸਕਦਾ ਹੈ। ਫਿਰ ਸਿਹਤ ਸੰਬੰਧੀ ਵਿਚਾਰ ਜਾਂ ਸਰੀਰਕ ਵਿਕਾਸ। ਉਹਨਾਂ ਨੇ ਕਿਹਾ ਕਿ ਯਥਾਰਥਕ ਟੀਚੇ ਤੱਕ ਪਹੁੰਚਣ ਲਈ ਸਰੀਰਕ ਵਿਕਾਸ ਬਹੁਤ ਜ਼ਰੂਰੀ ਹੈ, ਕਿਉਂਕਿ ਤੰਦਰੁਸਤ ਮਨ ਤੰਦਰੁਸਤ ਸਰੀਰ ਵਿੱਚ ਹੀ ਹੁੰਦਾ ਹੈ। ਫਿਰ ਰਾਸ਼ਟਰੀ ਸਿੱਖਿਆ ਦਾ ਵਿਕਾਸ। ਉਹਨਾਂ ਅਨੁਸਾਰ ਰਾਸ਼ਟਰ ਸ਼ਬਦ ਨੂੰ ਸਿੱਖਿਆ ਦੇ ਪਹਿਲਾਂ ਜੋੜ ਦੇਣਾ ਹੀ ਰਾਸ਼ਟਰ ਵਿਕਾਸ ਨਹੀਂ ਹੁੰਦਾ, ਸਗੋਂ ਆਪਣੇ ਮਨ ਨੂੰ, ਆਪਣੇ ਆਤਮਾ ਨੂੰ ਤੇ ਆਪਣੇ ਵਿਚਾਰਾਂ ਨੂੰ ਆਧਾਰ ਬਣਾ ਕੇ ਰਾਸ਼ਟਰੀ ਹਿੱਤਾਂ ਲਈ ਵਿਗਿਆਨਕ ਗਿਆਨ ਪ੍ਰਦਾਨ ਕਰਨਾ ਹੈ। ਇਸ ਤਰ੍ਹਾਂ ਸ਼੍ਰੀ ਅਰਵਿੰਦ ਨੇ ਆਪਣੇ 5 ਸਿਧਾਂਤਾਂ ਦੇ ਆਧਾਰ 'ਤੇ ਸਿੱਖਿਆ ਪ੍ਰਣਾਲੀ ਵਿੱਚ ਆਪਣੇ ਸਿਧਾਂਤ ਪੇਸ਼ ਕੀਤੇ ਤੇ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਵਿਸ਼ੇਸ਼ ਯੋਜਨਾ ਤਹਿਤ ਸਿੱਖਿਆ ਨਾਲ ਸੰਬੰਧਿਤ ਕਈ ਕੰਮ ਕੀਤੇ। ਚਿੰਤਨ ਤੇ ਭਾਸ਼ਾ। ਚਿੰਤਨ ਤੇ ਭਾਸ਼ਾ ਬਾਰੇ ਉਹਨਾਂ ਨੇ ਵਿਚਾਰ ਦਿੱਤਾ ਕਿ ਇਹਨਾਂ ਦਾ ਆਪਸ ਵਿੱਚ ਡੂੰਘਾ ਸੰਬੰਧ ਹੈ। ਸ਼ਬਦ ਭਾਸ਼ਾ ਦਾ ਆਕਾਰ ਹੁੰਦੇ ਨੇ। ਸ਼ਬਦਾਂ ਦੁਆਰਾ ਹੀ ਵਿਚਾਰਾਂ ਜਾਂ ਚਿੰਤਨ ਦਾ ਉਚਿਤ ਪ੍ਰਗਟਾਵਾ ਹੁੰਦਾ ਹੈ। ਵਿਅਕਤੀ ਨੂੰ ਸਫਲਤਾ ਹਾਸਲ ਕਰਨ ਲਈ ਵੀ ਜ਼ਰੂਰੀ ਹੈ। ਇਸ ਤਰ੍ਹਾਂ ਨਾਲ ਉਹਨਾਂ ਦੇ ਵਿਚਾਰ ਅਨੁਸਾਰ ਜਿਹੜੀ ਭਾਸ਼ਾ ਹੈ ਉਹਦੇ ਵਿੱਚ ਵਿਚਾਰ ਪ੍ਰਗਟ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ। ਫਿਰ ਭਾਸ਼ਾ ਚਿੰਤਨ ਆ ਜਿਹੜਾ, ਭਾਸ਼ਾ ਚਿੰਤਨ ਲਈ ਜਿਹੜੀ ਕਈ ਵਾਰੀ ਰੁਕਾਵਟ ਬਣ ਜਾਂਦੀ ਆ, ਕਿਉਂਕਿ ਜਿਹੜਾ ਚਿੰਤਨ ਆ ਉਹਦਾ ਕੋਈ ਲਿਮਿਟ ਨਹੀਂ ਹੁੰਦੀ। ਉਹ ਭਾਸ਼ਾ ਤੋਂ ਬਾਹਰ ਵੀ ਬਹੁਤ ਜਿਹੜਾ ਫੈਲਿਆ ਹੋਇਆ ਹੁੰਦਾ ਹੈ। ਕਦੀ ਕਦੀ ਸ਼ਬਦ ਜਾਲ ਦੇ ਚੱਕਰ ਵਿੱਚ ਪੈ ਕੇ ਅਸੀਂ ਅਸਲ ਗੱਲ ਭੁੱਲ ਜਾਂਦੇ ਹਾਂ, ਆਪਣੇ ਵਿਚਾਰਾਂ ਨੂੰ ਠੀਕ ਢੰਗ ਨਾਲ ਪ੍ਰਗਟ ਨਹੀਂ ਕਰ ਸਕਦੇ। ਜੇ ਸਾਡਾ ਸ਼ਬਦ ਵਿਚਾਰ ਘੱਟ ਹੈ, ਸ਼ਬਦ ਭੰਡਾਰ ਘੱਟ ਹੈ, ਤਾਂ ਅਸੀਂ ਆਪਣੇ ਵਿਚਾਰਾਂ ਨੂੰ ਉਚਿਤ ਢੰਗ ਨਾਲ ਪ੍ਰਗਟ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਦੱਸਿਆ ਕਿ ਭਾਸ਼ਾ ਜਿਹੜੀ ਉਹ ਚਿੰਤਨ ਤੇ ਭਾਸ਼ਾ ਦੋਨੇ ਇੱਕ ਨਾਲ ਜੁੜੇ ਹੋਏ ਨੇ। ਚਿੰਤਨ ਆ ਜਿਹੜਾ ਉਹ ਭਾਸ਼ਾ 'ਤੇ ਡਿਪੈਂਡ ਕਰਦਾ ਹੈ, ਕਿਉਂਕਿ ਚਿੰਤਨ ਆ ਜਿਹੜਾ ਅਸੀਂ ਤਾਂ ਹੀ ਸਮਾਜ ਨੂੰ ਦੱਸ ਸਕਦੇ ਹਾਂ ਜੇ ਸਾਡੇ ਕੋਲ ਭਾਸ਼ਾ ਹੋਊਗੀ। ਤਾਂ ਭਾਸ਼ਾ ਜਿਹੜੀ ਉਹ ਇੰਨੀ ਮਜ਼ਬੂਤ ਹੋਣੀ ਚਾਹੀਦੀ ਹੈ ਕਿ ਬੰਦੇ ਦੀਆਂ ਜਿਹੜੇ ਸੋਚਣ ਦੀਆਂ ਹੱਦਾਂ ਨੇ ਉਹਨਾਂ ਤੱਕ ਪਹੁੰਚਣ ਵਾਲੀ ਹੋਵੇ। ਇਸ ਲਈ ਉਹਨਾਂ ਨੇ ਬੱਚੇ ਦੀ ਭਾਸ਼ਾ ਵੱਲ ਜ਼ੋਰ ਦਿੰਦੇ ਹੋਏ ਕਿਹਾ ਕਿ 3 ਸਾਲ ਦੀ ਉਮਰ ਤੱਕ ਬੱਚੇ ਦੀ ਸ਼ਬਦਾਵਲੀ ਲਗਭਗ 900 ਸ਼ਬਦਾਂ ਦੀ ਹੁੰਦੀ ਆ। 5-6 ਸਾਲ ਤੱਕ ਇਹ ਲਗਭਗ 2500 ਸ਼ਬਦਾਂ ਤੱਕ ਪਹੁੰਚ ਜਾਂਦੀ ਹੈ। 12 ਸਾਲ ਤੱਕ ਦੇ ਬੱਚਿਆਂ ਦੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਕਿਸ਼ੋਰ ਅਵਸਥਾ 'ਚ ਪਹੁੰਚਦੇ ਉਸਦੀ ਚਿੰਤਨ ਸ਼ਕਤੀ ਤੇ ਲੋਚਨਾਤਮਕ ਵਿਚਾਰ ਕਰਨ ਦੀ ਸ਼ਕਤੀ ਵੱਧ ਜਾਂਦੀ ਆ। ਉਹ ਕੋਈ ਹੋਰ ਮਾਨਸਿਕ ਕਿਰਿਆਵਾਂ ਜਿਵੇਂ ਵਿਤਰਕ, ਯਾਦ ਸ਼ਕਤੀ, ਕਲਪਨਾ ਸ਼ਕਤੀ ਆਦਿ ਦਾ ਵਿਕਾਸ ਕਰ ਲੈਂਦਾ ਹੈ। ਚਿੰਤਨ ਪ੍ਰਕਿਰਿਆ ਪ੍ਰਤੀਕ ਅਤੇ ਚਿੰਨ੍ਹਾਂ ਦੇ ਆਧਾਰ 'ਤੇ ਬਣਦੀ ਆ। ਪ੍ਰਤੀਕ ਅਤੇ ਚਿੰਨ੍ਹਾਂ ਦਾ ਆਧਾਰ ਭਾਸ਼ਾ ਹੁੰਦੀ ਹੈ। ਚਿੰਤਨ ਦੇ ਸਮੇਂ ਬੱਚੇ ਵਿੱਚ ਅੰਦਰੂਨੀ ਭਾਸ਼ਣ ਹੀ ਹੁੰਦਾ ਹੈ, ਕਿਉਂਕਿ ਚਿੰਤਨ ਕਰਦੇ ਸਮੇਂ ਉਹ ਬੋਲਣਾ ਸ਼ੁਰੂ ਕਰਦਾ ਹੈ ਤਾਂ ਅੰਦਰਲੇ ਜਿਹੜੇ ਭਾਵ ਵਿਅਕਤ ਕਰਦਾ ਹੈ ਤਾਂ ਉਹ ਭਾਸ਼ਾ ਰਾਹੀਂ ਹੀ ਕਰਦਾ ਹੈ। ਜਿਸ ਬੱਚੇ ਦੀ ਭਾਸ਼ਾ ਯੋਗਤਾ ਜ਼ਿਆਦਾ ਹੁੰਦੀ ਉਸ ਵਿੱਚ ਚਿੰਤਨ ਦੀ ਯੋਗਤਾ ਵੀ ਜ਼ਿਆਦਾ ਹੁੰਦੀ ਆ, ਕਿਉਂਕਿ ਭਾਸ਼ਾ ਦੇ ਵਾਧੇ ਨਾਲ ਬੱਚੇ ਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਤੇ ਗਿਆਨ ਨਾਲ ਚਿੰਤਨ ਸ਼ਕਤੀ ਦਾ ਵਿਕਾਸ ਹੁੰਦਾ ਹੈ। ਭਾਸ਼ਾ ਦੁਆਰਾ ਬੱਚਾ ਚਿੰਤਨ ਵਿਅਕਤ ਕਰ ਸਕਦਾ ਹੈ, ਇਸ ਲਈ ਭਾਸ਼ਾ ਜਿਹੜੀ ਉਹ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਨਾਲ ਉਹਨਾਂ ਨੇ ਚਿੰਤਨ ਤੇ ਭਾਸ਼ਾ ਜਿਹੜਾ ਉਸ ਦਾ ਸੰਬੰਧ ਦੱਸਿਆ ਹੈ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅਸੀਂ ਜਿਹੜੀ ਅਰਵਿੰਦ ਦੀ ਫਿਲਾਸਫੀ ਆ ਉਹ ਕੀਤੀ ਆ, ਉਹਨਾਂ ਦੇ ਵਿਚਾਰ ਜਾਣੇ ਨੇ। ਅੱਗੇ ਫੇਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਓਕੇ, ਥੈਂਕਸ।